वेरी गुड मॉर्निंग एवरीवन। मैं सपनदीप कौर, मैथ मिस्ट्रेस गवर्नमेंट हाई स्कूल लीहल डिस्ट्रिक्ट गुरदासपुर तो ਅੱਜ मैं ਤੁਹਾਨੂੰ 9ਵੀਂ ਕਲਾਸ ਮੈਥ ਦੀ ਨੈਕਸਟ ਅਸਾਈਨਮੈਂਟ 193 ਸਿਖਾਵਾਂਗੀ। ਇਹ ਅਸਾਈਨਮੈਂਟਸ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੈਥ ਟੀਮ ਗੁਰਦਾਸਪੁਰ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ। ਅਸੀਂ ਅਧਿਆਇ 11ਵਾਂ ਕਰ ਰਹੇ ਹਾਂ, ਰਚਨਾਵਾਂ। ਅਸੀਂ 11.1 ਐਕਸਰਸਾਈਜ਼ ਸਟਾਰਟ ਕੀਤੀ ਸੀਗੀ, ਜਿਹਦੇ ਵਿੱਚ ਅਸੀਂ 60 ਡਿਗਰੀ ਦਾ ਐਂਗਲ ਬਣਾਉਣਾ ਸਿੱਖ ਚੁੱਕੇ ਹਾਂ, 30 ਡਿਗਰੀ ਦਾ ਐਂਗਲ ਬਣਾਉਣਾ ਵੀ ਸਿੱਖ ਚੁੱਕੇ ਹਾਂ। ਅੱਜ ਅਸੀਂ ਦੋ ਐਂਗਲਸ ਹੋਰ ਸਿੱਖਾਂਗੇ, 90 ਡਿਗਰੀ ਦਾ ਐਂਗਲ ਬਣਾਉਣਾ ਤੇ 45 ਡਿਗਰੀ ਦਾ ਐਂਗਲ ਬਣਾਉਣਾ ਸਿੱਖਾਂਗੇ। ਬੱਚਿਓ, ਸਭ ਤੋਂ ਪਹਿਲੇ ਅਸੀਂ ਆਪਣਾ ਜਿਓਮੈਟਰੀ ਬਾਕਸ ਲਵਾਂਗੇ, ਜਿਹਦੇ ਵਿੱਚ ਅਸੀਂ ਸਕੇਲ ਨੂੰ ਯੂਜ਼ ਕਰਕੇ ਸਭ ਤੋਂ ਪਹਿਲੇ ਇੱਕ ਲਾਈਨ ਨੂੰ ਡਰਾ ਕੀਤਾ। ਉਸ ਲਾਈਨ ਦਾ ਅਸੀਂ ਕੁਝ ਨਾਮ ਰੱਖ ਲੈਂਦੇ ਹਾਂ, ਓ ਏ। ਫਿਰ ਅਸੀਂ ਕੰਪਸ ਨੂੰ ਯੂਜ਼ ਕਰਕੇ ਸਭ ਤੋਂ ਪਹਿਲੇ 60 ਡਿਗਰੀ ਦਾ ਐਂਗਲ ਹੀ ਡਰਾ ਕਰਾਂਗੇ। ਦੇਖਿਓ ਬੱਚਿਓ, 90 ਡਿਗਰੀ ਦਾ ਐਂਗਲ ਅਸੀਂ ਅਗਰ ਡਰਾ ਕਰਾਂਗੇ ਤਾਂ ਉਹਦੇ 3 ਸਟੈਪਸ ਨੇ। ਪਹਿਲਾ ਸਟੈਪ ਹੈ ਕਿ ਤੁਸੀਂ 60 ਡਿਗਰੀ ਦਾ ਐਂਗਲ ਬਣਾਓਗੇ। ਸੈਕਿੰਡ ਸਟੈਪ ਦੇ ਵਿੱਚ ਅਸੀਂ 120 ਡਿਗਰੀ ਦਾ ਐਂਗਲ ਡਰਾ ਕਰਾਂਗੇ। ਥਰਡ ਸਟੈਪ ਦੇ ਵਿੱਚ ਅਸੀਂ 60 ਔਰ 120 ਡਿਗਰੀ ਦਾ ਅਸੀਂ ਬਾਈਸੈਕਟ ਕਰਾਂਗੇ। ਬਾਈਸੈਕਟ ਮਤਲਬ ਸਮਦੁਭਾਜਿਤ ਕਰਾਂਗੇ, ਇਸ ਨੂੰ ਦੋ ਸਮਾਨ ਭਾਗਾਂ ਦੇ ਵਿੱਚ ਵੰਡਾਂਗੇ। 60 ਔਰ 120 ਦੇ ਜਦੋਂ ਅਸੀਂ ਬਾਈਸੈਕਟ ਕਰਾਂਗੇ ਤਾਂ ਆਪਣੇ ਆਪ ਸਾਡੇ ਕੋਲ ਆ ਜਾਏਗਾ 90 ਡਿਗਰੀ ਦਾ ਐਂਗਲ, ਕਿਉਂਕਿ 60 ਡਿਗਰੀ ਔਰ 120 ਡਿਗਰੀ ਦੀ ਅਗਰ ਅਸੀਂ ਐਵਰੇਜ ਕੱਢਾਂਗੇ ਤੇ ਉਹ ਸਾਡੇ ਕੋਲ ਕਿੰਨੀ ਹੋਵੇਗੀ, 180 ਡਿਗਰੀ ਡਿਵਾਈਡਡ ਬਾਈ 2 ਵਿਚ ਇਜ਼ ਇਕੁਅਲ ਟੂ 90 ਡਿਗਰੀ। ਇਸ ਕਰਕੇ ਅਸੀਂ ਕੀ ਕੀਤਾ, 60 ਡਿਗਰੀ ਔਰ 120 ਡਿਗਰੀ ਦੇ ਐਂਗਲ ਨੂੰ ਬਾਈਸੈਕਟ ਕਰਾਂਗੇ ਤੇ ਅਸੀਂ ਪਹੁੰਚਾਂਗੇ ਆਪਣੀ 90 ਡਿਗਰੀ ਦੇ ਐਂਗਲ ਦੇ ਉੱਪਰ। ਤੇ ਆਓ ਅਸੀਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲੇ ਅਸੀਂ OA ਲਾਈਨ ਦੇ ਵਿੱਚੋਂ OA ਇਨੀਸ਼ੀਅਲ ਪੁਆਇੰਟ ਅਸੀਂ ਮੰਨ ਕੇ ਅਸੀਂ ਇੱਥੇ ਇੱਕ ਆਰਕ ਲਗਾਵਾਂਗੇ। ਪਹਿਲਾ ਬੱਚਿਓ, ਤੁਹਾਡੀ ਆਪਣੀ ਚੋਇਸ ਹੁੰਦੀ ਹੈ ਕਿ ਕਿੰਨੀ ਤੁਸੀਂ ਕੰਪਸ ਨੂੰ ਖੋਲ੍ਹਣਾ ਹੈ, ਕਿੰਨਾ ਤੁਸੀਂ ਰੇਡੀਅਸ ਲੈਣਾ ਹੈ। ਮੰਨ ਲਓ ਅਸੀਂ ਇੱਥੇ ਰੇਡੀਅਸ ਲੈ ਕੇ ਇੱਥੇ ਅਸੀਂ ਇੱਕ ਆਰਕ ਲਗਾ ਦਿੰਦੇ ਹਾਂ। ਅਸੀਂ ਸਭ ਤੋਂ ਪਹਿਲੇ 60 ਡਿਗਰੀ ਵਾਲਾ ਹੀ ਨਿਸ਼ਾਨ ਲਗਾਵਾਂਗੇ। ਉਹਦੇ ਲਈ ਰੇਡੀਅਸ ਵਾਲੀ ਜਿਹੜੀ ਆਰਕ ਹੈਗੀ ਹੈ ਸਾਡੇ ਕੋਲ, ਉਹ OA ਲਾਈਨ ਦੇ ਉੱਪਰ ਜਿੱਥੇ ਕੱਟ ਰਹੀ ਹੈ ਉਹਦਾ ਅਸੀਂ ਨਾਮ ਰੱਖਾਂਗੇ ਪੁਆਇੰਟ B। ਫਿਰ ਅਸੀਂ B ਪੁਆਇੰਟ ਦੇ ਉੱਪਰ ਆਪਣੀ ਕੰਪਸ ਨੂੰ ਰੱਖਾਂਗੇ ਔਰ ਇੱਕ ਹੋਰ ਆਰਕ ਲਗਾਵਾਂਗੇ ਜਿਹੜੀ ਕਿ 60 ਡਿਗਰੀ ਵਾਲੀ ਆਰਕ ਹੁੰਦੀ ਹੈ, ਪੁਆਇੰਟ C। ਇਹਦਾ ਅਸੀਂ ਨਾਮ ਰੱਖਿਆ ਪੁਆਇੰਟ C। ਫਿਰ ਅਸੀਂ ਸੇਮ ਰੇਡੀਅਸ ਦੀ ਇੱਕ ਹੋਰ ਆਰਕ ਲਗਾਵਾਂਗੇ ਔਰ ਸੈਂਟਰ ਅਸੀਂ ਮੰਨਾਂਗੇ ਪੁਆਇੰਟ C ਨੂੰ। ਹੁਣ ਅਸੀਂ C ਦੇ ਉੱਪਰ ਦੁਬਾਰਾ ਕੰਪਸ ਰੱਖ ਕੇ ਇੱਕ ਹੋਰ ਆਰਕ ਲਗਾਵਾਂਗੇ, ਜਿਹੜੀ ਅਸੀਂ ਪਹਿਲੇ ਰੇਡੀਅਸ ਵਾਲੀ ਜਿਹੜੀ ਆਰਕ ਲਗਾਈ ਹੋਈ ਹੈ। ਇਹਦਾ ਅਸੀਂ ਬੱਚਿਓ ਨਾਮ ਰੱਖ ਲੈਂਦੇ ਹਾਂ ਪੁਆਇੰਟ D। ਹੁਣ ਅਸੀਂ C ਪੁਆਇੰਟ ਜਿਹੜਾ ਹੈਗਾ ਸਾਡੇ ਕੋਲ ਉਹ ਹੈਗਾ 60 ਡਿਗਰੀ ਵਾਲਾ ਪੁਆਇੰਟ, ਔਰ ਪੁਆਇੰਟ D ਜਿਹੜਾ ਸਾਡੇ ਕੋਲ ਆ ਰਿਹਾ ਉਹ ਆ ਰਿਹਾ 60 ਦਾ ਡਬਲ ਮੀਨਸ 120 ਡਿਗਰੀ। ਹੁਣ ਅਸੀਂ ਇਹਨਾਂ ਦੋਨਾਂ ਪੁਆਇੰਟਸ 'ਤੇ ਵਾਰ-ਵਾਰੀ ਆਪਣੀ ਕੰਪਸ ਨੂੰ ਰੱਖਾਂਗੇ ਔਰ ਉੱਪਰ ਵਾਲੀ ਡਾਇਰੈਕਸ਼ਨ ਦੇ ਵਿੱਚ ਇੱਕ ਦੋ ਆਰਕਸ ਲਗਾ ਦਾਂਗੇ, ਮਤਲਬ ਇਹਨਾਂ ਦੋਨਾਂ ਦਾ ਅਸੀਂ ਬਾਈਸੈਕਟ ਕਰਨ ਲੱਗੇ ਹਾਂ। ਉਹਦੇ ਵਾਸਤੇ ਅਸੀਂ ਕੰਪਸ ਨੂੰ ਆਪਣੇ ਅਕੋਰਡਿੰਗ ਹਿਲਾ ਸਕਦੇ ਹਾਂ, ਦੁਬਾਰਾ ਅਸੀਂ ਰੇਡੀਅਸ ਸੈੱਟ ਕਰ ਸਕਦੇ ਹਾਂ। ਥੋੜਾ ਕਲਰ ਅਸੀਂ ਚੇਂਜ ਕਰ ਦਿੰਦੇ ਹਾਂ। ਔਰ ਸਭ ਤੋਂ ਪਹਿਲੇ ਅਸੀਂ ਕੰਪਸ ਨੂੰ ਦੇਖੋ, ਰੇਡੀਅਸ ਆਪਣੇ ਅਕੋਰਡਿੰਗ ਸੈੱਟ ਕਰੋ ਔਰ ਜਿੰਨਾ ਅਸੀਂ ਰੇਡੀਅਸ ਖੋਲ੍ਹਣਾ ਹੈ, ਮਤਲਬ ਕੰਪਸ ਨੂੰ ਅਸੀਂ ਖੋਲ੍ਹ ਕੇ ਰੇਡੀਅਸ ਸੈੱਟ ਕਰ ਲਿਆ। ਫਿਰ ਅਸੀਂ ਇਹਨੂੰ ਹਿਲਾਉਣਾ ਨਹੀਂ ਆ ਔਰ ਇੱਕ ਅਸੀਂ ਆਰਕ ਲਗਾ ਦਿੱਤੀ C ਨੂੰ ਸੈਂਟਰ ਮੰਨ ਕੇ। ਫਿਰ ਅਸੀਂ ਸੇਮ ਆਰਕ ਲਗਾਵਾਂਗੇ, ਸੇਮ ਰੇਡੀਅਸ ਦੀ ਆਰਕ ਪੁਆਇੰਟ D ਦੇ ਉੱਪਰੋਂ ਔਰ ਇੱਥੇ ਅਸੀਂ ਇੱਕ ਹੋਰ ਆਰਕ ਲਗਾ ਦਿੱਤੀ। ਜਿੱਥੇ ਦੋਨੋਂ ਆਰਕਸ ਮਿਲੀਆਂ ਨੇ ਉਹਦਾ ਨਾਮ ਰੱਖ ਲੈਂਦੇ ਹਾਂ ਪੁਆਇੰਟ P। ਹੁਣ ਅਸੀਂ ਸਕੇਲ ਨੂੰ ਯੂਜ਼ ਕਰਾਂਗੇ, O ਤੇ P ਨੂੰ ਮਿਲਾ ਦੇਵਾਂਗੇ। O ਤੇ P ਪੁਆਇੰਟ ਨੂੰ ਅਸੀਂ ਮਿਲਾਉਣ ਲੱਗੇ ਹਾਂ ਔਰ ਇੱਕ ਲਾਈਨ ਨੂੰ ਡਰਾ ਕਰਨ ਲੱਗੇ ਹਾਂ। ਇਹ ਦੋਨੋਂ ਪੁਆਇੰਟਸ ਜਿੱਥੋਂ ਹੋ ਕੇ ਜਾਣ, ਮਤਲਬ ਲਾਈ ਕਰਨ, ਇੱਕ ਹੀ ਲਾਈਨ ਦੇ ਉੱਪਰ ਇਹ ਦੋਨੋਂ ਪੁਆਇੰਟ ਲਾਈ ਕਰਨੇ ਚਾਹੀਦੇ ਨੇ। ਇਹ ਹੋ ਗਿਆ ਸਾਡੇ ਕੋਲ OP ਇੱਕ ਲਾਈਨ ਜਿਹੜੀ ਕਿ OA ਦੇ ਨਾਲ 90 ਡਿਗਰੀ ਦਾ ਐਂਗਲ ਬਣਾ ਰਹੀ ਹੈ। ਬੱਚੋ ਸਾਡੇ ਕੋਲ ਫਿਰ ਐਂਗਲ ਆ ਜਾਏਗਾ POA ਇਜ਼ ਇਕੁਅਲ ਟੂ 90 ਡਿਗਰੀ। ਇਹ ਸੀਗਾ 90 ਡਿਗਰੀ ਦਾ ਐਂਗਲ ਡਰਾ ਕਰਨ ਦੇ ਸਟੈਪਸ। ਹੁਣ ਤੁਸੀਂ ਪ੍ਰੋਟੈਕਟਰ ਦੇ ਨਾਲ ਵੀ ਇਸ ਐਂਗਲ ਨੂੰ ਚੈੱਕ ਕਰ ਸਕਦੇ ਹੋ। ਜਦੋਂ ਤੁਸੀਂ ਆਪਣਾ ਐਂਗਲ ਬਣਾਓਗੇ
ਤੁਸੀਂ ਡੀ ਦੇ ਨਾਲ ਵੀ ਇੱਕ ਵਾਰੀ ਚੈੱਕ ਜ਼ਰੂਰ ਕਰ ਲੈਣਾ ਕਿ 90 ਡਿਗਰੀ ਦਾ ਐਂਗਲ ਬਣਿਆ ਤੁਹਾਡੇ ਕੋਲ। ਦੇਖੋ ਐਗਜ਼ੈਕਟ 90 ਡਿਗਰੀ ਦਾ ਐਂਗਲ ਸਾਡੇ ਕੋਲ ਬਣ ਰਿਹਾ ਹੈ। ਹੁਣ ਅਸੀਂ ਬਣਾਵਾਂਗੇ ਨੈਕਸਟ ਐਂਗਲ ਵਿਚ ਇਜ਼ 45 ਡਿਗਰੀ। ਹੁਣ ਦੇਖੋ ਬੱਚਿਓ, ਦੁਬਾਰਾ 45 ਡਿਗਰੀ ਤੱਕ ਪਹੁੰਚਣ ਵਾਸਤੇ 45 ਡਿਗਰੀ ਦਾ ਐਂਗਲ ਬਣਾਉਣ ਵਾਸਤੇ ਦੁਬਾਰਾ ਸਾਨੂੰ 90 ਡਿਗਰੀ ਦਾ ਐਂਗਲ ਹੀ ਕੰਸਟਰਕਟ ਕਰਾਂਗੇ ਆਪਾਂ। ਫਿਰ ਅਸੀਂ 90 ਡਿਗਰੀ ਐਂਗਲ ਨੂੰ ਬਾਈਸੈਕਟ ਕਰ ਲਵਾਂਗੇ, ਦੋ ਸਮਾਨ ਭਾਗਾਂ ਦੇ ਵਿੱਚ ਵੰਡ ਲਵਾਂਗੇ ਤੇ ਫਿਰ ਉਹ ਦੋਨੋਂ ਸਮਾਨ ਭਾਗ ਕਿਹੜੇ ਕਿਹੜੇ ਹੋ ਜਾਣਗੇ? ਇੱਕ ਪਾਸੇ 45 ਡਿਗਰੀ, ਇੱਕ ਪਾਸੇ 45 ਡਿਗਰੀ। ਮਤਲਬ ਅਸੀਂ B ਪੁਆਇੰਟ ਤੇ ਔਰ ਇਸ ਪੁਆਇੰਟ ਤੇ ਜਿਹੜੀ OP ਵਾਲੀ ਲਾਈਨ ਜਿਹੜੀ ਹੈ, ਜਿਸ ਪੁਆਇੰਟ ਦੇ ਉੱਪਰ ਕੱਟ ਰਹੀ ਹੈ ਰੇਡੀਅਸ ਵਾਲੀ ਆਰਕ ਤੋਂ, ਇਸ ਪੁਆਇੰਟ ਤੋਂ ਇਹਦਾ ਅਸੀਂ ਕੋਈ ਨਾਮ ਰੱਖ ਲਾਂਗੇ Q ਔਰ B। ਹੁਣ ਅਸੀਂ ਦੋਨੋਂ ਪੁਆਇੰਟਸ ਦੇ ਵਿਚਕਾਰ ਵਾਰੋ ਵਾਰੀ ਸੈਂਟਰ ਮੰਨ ਕੇ ਅਸੀਂ ਆਰਕਸ ਲਗਾਵਾਂਗੇ ਔਰ ਇੱਥੇ ਜਿਹੜੀ ਐਂਗਲ ਬਣੇਗਾ ਇਹ ਸਾਡੇ ਕੋਲ ਬਣੇਗਾ 45 ਡਿਗਰੀ ਦਾ। ਤੇ ਆਓ ਅਸੀਂ ਕਰਦੇ ਹਾਂ। ਹੁਣ ਅਸੀਂ ਇਹ ਦੇਖੋ ਪੁਆਇੰਟ, ਇਹਦਾ ਅਸੀਂ ਨਾਮ ਰੱਖ ਲੈਂਦੇ ਹਾਂ ਪੁਆਇੰਟ Q। ਹੁਣ ਅਸੀਂ Q ਦੇ ਉੱਪਰ ਆਪਣੀ ਕੰਪਸ ਨੂੰ ਸੈੱਟ ਕਰਾਂਗੇ ਔਰ ਆਪਣੇ ਅਕੋਰਡਿੰਗ ਪਹਿਲੇ ਅਸੀਂ ਕੰਪਸ ਦਾ ਰੇਡੀਅਸ ਚੂਜ਼ ਕਰਾਂਗੇ। ਅਸੀਂ ਪ੍ਰਕਾਰ ਨੂੰ ਆਪਣੀ ਇੰਨੀ ਕੁ ਹੋਲ ਲੈਂਦੇ ਹਾਂ। ਫਿਰ ਅਸੀਂ ਇੱਥੇ ਇੱਕ ਆਰਕ ਲਗਾ ਦੇਵਾਂਗੇ। ਹੁਣ ਮੈਂ ਬਲੂ ਦੇ ਨਾਲ ਥੋੜਾ ਸ਼ੋਅ ਕਰ ਰਹੀ ਹਾਂ ਤੁਹਾਨੂੰ। ਦੇਖੋ ਅਸੀਂ ਇੱਕ ਆਰਕ ਲਗਾ ਦਿੱਤੀ ਪੁਆਇੰਟ Q ਤੇ ਰੱਖ ਕੇ। ਸੇਮ ਅਸੀਂ ਰੇਡੀਅਸ ਦੀ ਆਰਕ ਇੱਕ ਹੋਰ ਲਗਾਵਾਂਗੇ ਪੁਆਇੰਟ D ਦੇ ਉੱਪਰੋਂ। ਇੱਥੇ ਅਸੀਂ ਦੋ ਆਰਕਸ ਲਗਾ ਦਿੱਤੀਆਂ। ਇਹਦਾ ਅਸੀਂ ਨਾਮ ਕੋਈ ਰੱਖ ਲੈਂਦੇ ਹਾਂ ਪੁਆਇੰਟ R ਔਰ ਫਿਰ ਅਸੀਂ ਸਕੇਲ ਦੇ ਨਾਲ ਇੱਕ ਲਾਈਨ ਡਰਾ ਕਰਾਂਗੇ OR। ਸਕੇਲ ਨੂੰ ਐਡਜਸਟ ਕਰਾਂਗੇ ਔਰ OR ਪੁਆਇੰਟ ਨੂੰ ਮਿਲਾਉਂਦੀ ਹੋਈ ਇੱਕ ਲਾਈਨ ਨੂੰ ਡਰਾ ਕਰਾਂਗੇ। ਇਹ ਹੋਏਗੀ ਬੱਚੇ ਤੁਹਾਡੇ ਕੋਲ 45 ਡਿਗਰੀ ਐਂਗਲ ਦੀ ਲਾਈਨ। ਤੁਸੀਂ ਇਹਨੂੰ ਪ੍ਰੋਟੈਕਟਰ ਦੇ ਨਾਲ ਵੀ ਚੈੱਕ ਕਰ ਸਕਦੇ ਹੋ। ਦੇਖੋ 40 ਔਰ 50 ਦੇ ਇਨ ਬਿਟਵੀਨ ਆ ਰਹੀ ਹੈ ਔਰ ਇਹ ਹੋ ਗਈ ਸਾਡੇ ਕੋਲ 45 ਡਿਗਰੀ ਦਾ ਐਂਗਲ। ਅਸੀਂ ਕੀ ਕੀਤਾ, 90 ਡਿਗਰੀ ਦੇ ਐਂਗਲ ਬਣਾ ਕੇ ਫਿਰ ਅਸੀਂ 0 ਡਿਗਰੀ ਕਿੱਥੇ ਸਾਡੇ ਕੋਲ ਹੋਏਗਾ? ਪੁਆਇੰਟ B ਤੇ 0 ਡਿਗਰੀ ਆ ਰਿਹਾ ਹੈ। 90 ਡਿਗਰੀ ਵਾਲਾ ਐਂਗਲ ਕਿੱਥੇ ਆ ਰਿਹਾ ਸਾਡੇ ਕੋਲ? ਪੁਆਇੰਟ Q ਤੇ। ਔਰ B ਔਰ Q ਨੂੰ ਅਸੀਂ ਕੀ ਕਰ ਲਿਆ, ਵਾਰੋ ਵਾਰੀ ਆਪਣੀ ਕੰਪਸ ਨੂੰ ਰੱਖ ਕੇ ਦੋ ਆਰਕ ਲਗਾ ਦਿੱਤੀਆਂ ਔਰ ਇਹ ਹੋ ਗਿਆ ਸਾਡੇ ਕੋਲ 90 ਡਿਗਰੀ ਦਾ ਬਾਈਸੈਕਟ ਵਿਚ ਇਜ਼ ਇਕੁਅਲ ਟੂ 45 ਡਿਗਰੀ। ਇਹ ਸਾਡੇ ਕੋਲ ਫਿਰ ਬਣ ਜਾਏਗਾ 45 ਡਿਗਰੀ ਔਰ ਅਸੀਂ ਲਿਖ ਦਾਂਗੇ ROA ਐਂਗਲ ਇਜ਼ ਇਕੁਅਲ ਟੂ 45 ਡਿਗਰੀ। ਇਹ ਬੱਚਿਓ ਸੀਗੇ ਸਾਡੇ ਕੋਲ ਕੰਸਟਰਕਸ਼ਨਸ ਔਰ ਫਿਰ ਅਸੀਂ 1 ਬਾਈ 1 ਇਹਨਾਂ ਦੀ ਕੰਸਟਰਕਸ਼ਨਸ ਦੀ ਲਾਈਨਸ ਅਸੀਂ ਵਰਡਿੰਗ ਜ਼ਰੂਰ ਲਿਖਾਂਗੇ। ਇਹਨਾਂ ਨੂੰ ਅਸੀਂ ਕਹਿੰਦੇ ਹਾਂ ਸਟੈਪਸ। ਜੇ ਅਸੀਂ 90 ਡਿਗਰੀ ਦਾ ਐਂਗਲ ਕੰਸਟਰਕਟ ਕੀਤਾ ਹੈ ਤੇ ਅਸੀਂ ਉਹਦੇ ਸਟੈਪਸ ਲਿਖਾਂਗੇ। ਜੋ ਅਸੀਂ ਕੰਸਟਰਕਸ਼ਨਸ ਕਰੀ ਜਾ ਰਹੇ ਹਾਂ ਉਹਨੂੰ ਅਸੀਂ ਪੰਜਾਬੀ ਜਾਂ ਇੰਗਲਿਸ਼ ਦੇ ਵਿੱਚ ਨਾਲੋਂ ਨਾਲ ਅਸੀਂ ਲਿਖਦੇ ਜਾਵਾਂਗੇ ਔਰ ਇਹ ਹੋ ਜਾਣਗੇ ਸਾਡੇ ਕੋਲ ਕੰਸਟਰਕਸ਼ਨਸ ਦੇ ਸਟੈਪ ਜਾਂ ਰਚਨਾ ਦੇ ਪੱਗ। ਇਸੇ ਤਰ੍ਹਾਂ ਅਸੀਂ 45 ਡਿਗਰੀ ਦਾ ਐਂਗਲ ਜਦੋਂ ਅਸੀਂ ਬਣਾਵਾਂਗੇ ਤੇ ਉਹਦੇ ਜਿਹੜੇ ਰਚਨਾ ਦੇ ਸਟੈਪਸ ਨੇ ਜਾਂ ਰਚਨਾ ਦੇ ਪੱਗ ਨੇ ਉਹਨਾਂ ਨੂੰ ਵੀ ਅਸੀਂ ਵਾਰ-ਵਾਰੀ ਲਿਖਦੇ ਜਾਵਾਂਗੇ। ਬੱਚਿਓ ਇਹ ਕੰਸਟਰਕਸ਼ਨ ਦੇ ਸਟੈਪਸ ਜਿਹੜੇ ਆ ਜ਼ਰੂਰ ਤੁਸੀਂ ਲਿਖਣੇ ਆ ਕਿਉਂਕਿ ਫੇਰ ਹੀ ਤੁਹਾਨੂੰ ਜਿਹੜੇ ਇਸ ਕੁਐਸਚਨ ਦੇ ਵਿੱਚੋਂ ਫੁੱਲ ਮਾਰਕਸ ਮਿਲਣਗੇ। ਇਸ ਚੈਪਟਰ ਦੇ ਵਿੱਚੋਂ ਬੱਚਿਓ 4 ਨੰਬਰ ਦਾ ਪੇਪਰ ਆਵੇਗਾ। 4 ਨੰਬਰ ਦੀ ਕੰਸਟਰਕਸ਼ਨਸ ਤੁਹਾਨੂੰ ਕਰਨੀ ਪਵੇਗੀ। ਜੇ ਤੁਸੀਂ ਸਿਰਫ ਆਪਣਾ ਡਾਇਗਰਾਮ ਡਰਾ ਕਰਦੇ ਹੋ ਤਾਂ ਫਿਰ ਤੁਹਾਨੂੰ ਸਿਰਫ 3 ਨੰਬਰ ਮਿਲਣਗੇ ਆਊਟ ਆਫ 4। ਸਿਰਫ 3 ਮਾਰਕਸ ਹੀ ਮਿਲਣਗੇ। ਅਗਰ ਤੁਸੀਂ ਕੰਸਟਰਕਸ਼ਨਸ ਵੀ ਲਿਖਦੇ ਹੋ ਨਾਲ ਤਾਂ ਫਿਰ ਤੁਹਾਨੂੰ ਪੂਰੇ ਨੰਬਰ ਮਿਲਣਗੇ। ਕੰਸਟਰਕਸ਼ਨ ਲਿਖਣੀ ਬਹੁਤ ਈਜ਼ੀ ਹੈ। ਜਿਵੇਂ ਮੈਂ ਤੁਹਾਨੂੰ ਬੋਲੀ ਜਾ ਰਹੀ ਸੀ ਕਿ ਪਹਿਲੇ ਇੱਕ ਲਾਈਨ ਡਰਾ ਕਰੋ, ਠੀਕ ਹੈ, ਉਸੇ ਤਰ੍ਹਾਂ ਤੁਸੀਂ ਪਹਿਲੀ ਲਾਈਨ ਲਿਖ ਦੇਣੀ ਹੈ ਕਿ ਇੱਕ ਅਸੀਂ ਲਾਈਨ ਡਰਾ ਕੀਤੀ। ਜੇ ਅਸੀਂ OA ਲਿਖਿਆ ਤੁਸੀਂ ਉਹਦਾ ਨਾਮ ਲਿਖ ਦੇਣਾ OA, ਇੱਕ ਲਾਈਨ ਡਰਾ ਕੀਤੀ, ਠੀਕ ਹੈ, ਇੱਕ ਰੇਖਾ ਲਈ। ਫਿਰ ਅਸੀਂ O ਨੂੰ ਸੈਂਟਰ ਮੰਨਿਆ, ਠੀਕ ਹੈ, ਤੁਸੀਂ ਉਸੇ ਤਰ੍ਹਾਂ ਹੀ ਪੰਜਾਬੀ ਦੇ ਵਿੱਚ ਲਿਖੋਗੇ। ਹੁਣ O ਨੂੰ ਕੇਂਦਰ ਮੰਨ ਕੇ ਇੱਕ ਅਰਧ ਵਿਆਸੀ ਚਾਪ ਲਗਾਈ ਜਿਹੜੀ ਪਹਿਲੀ ਚਾਪ ਨੂੰ ਪੁਆਇੰਟ B ਤੇ ਕੱਟੇ,
ਜੋ ਵੀ ਅਸੀਂ ਨਾਮ ਰੱਖ ਰਹੇ ਸੀਗੇ ਉਹੀ ਨਾਮ ਨੂੰ ਅਸੀਂ ਇੱਥੇ ਯੂਜ਼ ਕਰਾਂਗੇ। ਬੱਚਿਓ ਇਹ ਸੀਗੇ ਸਾਡੇ ਅੱਜ ਦੀ ਅਸਾਈਨਮੈਂਟਸ, 2 ਐਂਗਲਸ ਤੇ ਉਹਨਾਂ ਦੇ ਕੰਸਟਰਕਸ਼ਨ ਦੇ ਸਟੈਪਸ। ਹੁਣ ਅਸੀਂ ਨੈਕਸਟ ਅਸਾਈਨਮੈਂਟ ਵਿੱਚ ਹੋਰ ਐਂਗਲਸ ਨੂੰ ਬਣਾਉਣਾ ਸਿੱਖਾਂਗੇ। ਟਿਲ ਦੈਨ ਬਾਏ ਬਾਏ।